सुन शब्द तुम्हारा मेरा मन पीना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਵੀਡੀਓ ਵਿੱਚ ਆਪਾਂ ਮੂਲ ਮੰਤਰ ਦੀ ਵਿਚਾਰ ਕੀਤੀ ਸੀਗੀ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਜਪੁ ਸ਼ਬਦ ਦੇ ਆਰੰਭ ਵਿੱਚ ਲਿਖਿਆ ਹੈ। ਵਿਦਵਾਨਾਂ ਦੀ ਜੋ ਲਿਖਤ ਸੀ ਉਹਨਾਂ 'ਤੇ ਵਿਚਾਰ ਕੀਤੀ ਸੀਗੀ, ਜਿਨ੍ਹਾਂ ਵਿੱਚੋਂ ਗਿਆਨੀ ਹਰਬੰਸ ਸਿੰਘ ਜੀ ਦਰਸ਼ਨ ਨਿਰਣੇ ਸਟੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ ਦਰਪਣ ਦੇ ਕਰਤਾ, ਸਰਦਾਰ ਮਨਮੋਹਨ ਸਿੰਘ ਜੀ ਪੰਜਾਬੀ ਤੇ ਇੰਗਲਿਸ਼ ਦੇ ਕਰਤਾ, ਅਤੇ ਸਰਦਾਰ ਸੰਤ ਸਿੰਘ ਜੀ ਖਾਲਸਾ ਇੰਗਲਿਸ਼, ਅਤੇ ਪ੍ਰਿੰਸੀਪਲ ਗੁਰਮੁਖ ਸਿੰਘ ਜੀ ਇੰਗਲਿਸ਼ ਟਰਾਂਸਲੇਸ਼ਨ, ਉਹਨਾਂ ਦੇ ਸਹਾਇਤਾ ਨਾਲ ਆਪਾਂ ਵਿਚਾਰ ਕੀਤੀ ਸੀਗੀ। ਅੱਜ ਆਪਾਂ ਵਿਚਾਰ ਕਰਦੇ ਹਾਂ ਅਗਲੀ ਜਿਹੜੀ ਜਪੁ ਸਾਹਿਬ ਦਾ ਹਿੱਸਾ ਹੈ, ਉਹ ਹੈ ਟਾਈਟਲ ਹੈ, ਜਿਹੜਾ ਨਾਂ ਹੈ ਬਾਣੀ ਦਾ ਉਹ ਹੈ ਜਪ। ਤੇ ਗਿਆਨੀ ਹਰਬੰਸ ਸਿੰਘ ਜੀ ਦਾ ਪ੍ਰਾਰੰਭ ਕਰਦੇ ਹਾਂ। ਜਪ ਦੋ ਡੰਡੀਆਂ ਪਹਿਲਾਂ ਆ ਤੇ ਦੋ ਡੰਡੀਆਂ ਬਾਅਦ ਵਿੱਚ ਆ, ਪਹਿਲਾ ਸਟਾਪ ਆ ਤੇ ਬਾਅਦ ਵਿੱਚ ਸਟਾਪ ਆ। ਤੇ ਗੁਰਪ੍ਰਸਾਦ ਜਿੱਦਾਂ ਆਪਾਂ ਇੱਥੇ ਦੇਖ ਸਕਦੇ ਹਾਂ, ਗੁਰਪ੍ਰਸਾਦ ਤੋਂ ਬਾਅਦ ਵੀ ਸਟਾਪ ਹੈ। ਆਪਨੇ ਨੋਟ ਕੀਤਾ ਹੋਣਾ ਮੂਲ ਮੰਤਰ ਦੇ ਵਿੱਚ ਗੁਰਪ੍ਰਸਾਦ ਤੋਂ ਬਾਅਦ ਦੋ ਡੰਡੀਆਂ, ਇਹਦਾ ਮਾਨਾ ਫੁੱਲ ਸਟਾਪ। ਤਦੇ ਬਹੁਤ ਸਾਰੇ ਵਿਦਵਾਨ ਇਹ ਮੰਨਦੇ ਹਨ ਕਿ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਥੇ ਸਮਾਪਤ ਹੁੰਦਾ ਹੈ। ਇਹ ਹੈ ਮੂਲ ਮੰਤਰ। ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਮੈਂ ਵੀਡੀਓ ਦੇਖੀ ਸੀਗੀ, ਉਹਦੇ ਵਿੱਚ ਉਹਨਾਂ ਨੇ ਸ੍ਰੀ ਮੰਜੀ ਸਾਹਿਬ ਤੋਂ, ਹਰਿਮੰਦਰ ਸਾਹਿਬ ਸ੍ਰੀ ਮੰਜੀ ਸਾਹਿਬ ਤੋਂ ਕਥਾ ਕਰਦਿਆਂ ਹੁਕਮਨਾਮੇ ਦੇ ਵਿੱਚ ਇਹ ਮੂਲ ਮੰਤਰ ਆਇਆ ਸੀ। ਉਹਨਾਂ ਨੇ ਟੇਪ ਵਿੱਚ ਕਿਹਾ ਸੀਗਾ, ਰਿਕਾਰਡਿੰਗ ਵਿੱਚ, ਕਿ ਇਹ ਮੂਲ ਮੰਤਰ ਹੈ। ਤੇ ਨਾਲ ਉਹਨੂੰ ਕਿਹਾ ਜਿਹੜੇ ਕਹਿੰਦੇ ਹਨ ਕਿ ਜੀ ਮਹਾਂਪੁਰਸ਼ ਕਹਿੰਦੇ ਹਨ ਕਿ ਨਹੀਂ ਨਾਨਕ ਹੋਸੀ ਵੀ ਸੱਚ ਤੱਕ ਹੈ, ਇਹ ਉਹਨਾਂ ਦੀ ਗੱਲ ਹੈ। ਉਹ ਕਹਿੰਦੇ ਸੀ ਉਹ ਮਹਾਂਪੁਰਸ਼ ਕਾਹਦੇ, ਜਿਹਨੂੰ ਇਹ ਨਹੀਂ ਪਤਾ ਕਿ ਮੂਲ ਮੰਤਰ ਕਿੰਨਾ ਲੰਮਾ ਆ। ਤੇ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਮਸਕੀਨ ਜੀ ਉੱਪਰ, ਕਿਸੇ ਨੇ ਕੋਈ ਗੱਲ ਨਹੀਂ ਕਹੀ। ਉੱਥੇ ਬਾਕੀ ਸਾਰੇ ਬੈਠੇ ਸੀਗੇ ਤੇ ਉਹਨੇ ਉਹ ਰਿਕਾਰਡਿੰਗ ਹੈ ਉਹਦੇ ਵਿੱਚ ਕਿਹਾ ਕਿ ਮੂਲ ਮੰਤਰ ਗੁਰਪ੍ਰਸਾਦ ਤੱਕ ਆ। ਅਸੀਂ ਪਿਛਲੀ ਵੀਡੀਓ ਵਿੱਚ ਬੇਨਤੀ ਕੀਤੀ ਸੀਗੀ ਪਈ ਸਾਰੀ ਬਾਣੀ ਅੰਮ੍ਰਿਤ ਆ, ਕੋਈ ਪੜ੍ਹਦਾ ਗੁਰਪ੍ਰਸਾਦ ਤੱਕ ਜਾਂ ਕੋਈ ਪੜ੍ਹਦਾ ਨਾਨਕ ਹੋਸੀ ਵੀ ਸੱਚ ਤੱਕ, ਸਾਰੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਦੀ ਆ। ਇਸ ਲਈ ਇਹਦੇ ਵਿੱਚ ਝਗੜਾ ਕਰਨਾ ਕੋਈ ਸਿਆਣਪ ਨਹੀਂ ਹੈ। ਪਿਆਰ ਤੇ ਸ਼ਰਧਾ ਨਾਲ ਬਾਣੀ ਪੜ੍ਹਨੀ ਆ ਤੇ ਸਤਿਗੁਰੂ ਦੇ ਚਰਨਾਂ ਅਰਦਾਸ ਕਰਨੀ ਆ, ਸਤਿਗੁਰੂ ਮਿਹਰ ਕਰ ਸਾਡੇ ਮਨਾਂ ਵਿੱਚ ਬਾਣੀ ਵਸੇ। ਆਓ ਹੁਣ ਆਈਏ ਜਪ ਵੱਲ। ਜਪ ਬਹੁਤ ਸਾਰੇ ਵਿਦਵਾਨ ਐਕਸੈਪਟ ਦਿਸ ਜਪ ਇਜ਼ ਦ ਟਾਈਟਲ ਆਫ ਦ ਬਾਣੀ, ਤੇ ਆਪਾਂ ਨਾਲ ਆਉਂਦੇ ਹਾਂ ਜੀ ਫॉर ਰਿਸਪੈਕਟ, ਜਪ ਜੀ ਜਾਂ ਸ੍ਰੀ ਜਪ ਜੀ ਸਾਹਿਬ, ਇਹ ਸਾਰੇ ਰਿਸਪੈਕਟ ਲਈ ਨਾਂ ਰੱਖੇ ਗਏ ਹਨ। ਪਰ ਜਿਹੜਾ ਗੁਰੂ ਸਾਹਿਬ ਨੇ ਨਾਂ ਵਰਤਿਆ ਉਹ ਹੈਗਾ ਜਪ। ਫੁਟਕਲ ਜਪ ਦਾ ਉਚਾਰਨ ਜਪੋ ਕਰਨਾ ਅਸ਼ੁੱਧ ਹੈ, ਇਹ ਗਲਤ ਹੈ। ਇਟਸ ਰੋਂਗ ਟੂ ਸੇ ਜਪੋ, ਇਟ ਇਜ਼ ਜਪ, ਕਿਉਂਕਿ ਇਹ ਬਾਣੀ ਦਾ ਨਾਮ ਹੈ। ਗਿਆਨੀ ਹਰਬੰਸ ਜੀ ਕਹਿ ਰਹੇ ਹਨ ਇਹ ਕਿਉਂਕਿ ਬਾਣੀ ਦਿਸ ਇਜ਼ ਦ ਨੇਮ ਆਫ ਦ ਬਾਣੀ। ਅਤੇ ਪੱਪੇ ਨੂੰ ਲੱਗਾ ਹੋਇਆ ਔਂਕਰ ਇੱਕ ਬਚਨ ਪਲਿੰਗ ਨਾਮ ਦਾ ਪ੍ਰਤੀਕ ਹੈ। ਇਹ ਮਸਕਲਾ ਨਾਉਨ with the onkar, with this onkar there, it means it's a muscular noun. So it's a noun. It's not anything else. It's not telling you to do anything. It's just saying jap, the name. Jap, tap, sanjam, dharm na kamaya. Jap, japon, ਗੁਰਮੁਖ ਹਰਿ ਨਾਉ। ਜਦ ਇਹ ਸ਼ਬਦ ਕਿਰਿਆ ਰੂਪ ਵਿੱਚ ਆਉਂਦਾ ਹੈ ਤਾਂ ਇਹ ਪੱਪੇ ਸਿਹਾਰੀ ਸਹਿਤ ਹੁੰਦਾ ਹੈ, ਜਿਵੇਂ ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਹੇ ਮੇਰੇ ਮਨ ਜਪ। ਇੱਥੇ ਇਹ ਨਹੀਂ ਗੱਲ ਜਪ ਜਨ ਸਦਾ ਸਦਾ ਦਿਨ ਰਹਿਣੀ। ਹਾਂ, ਜਦ ਜਪੋਂ ਉਚਾਰਨ ਹੋਵੇ ਤਾਂ ਇਹ ਸ਼ਬਦ ਦਾ ਰੂਪ ਜਪੋ ਹਾਏ ਨੂੰ ਔਕਰ ਹੁੰਦਾ ਹੈ, ਜਿਵੇਂ ਜਪੋ ਤੇ ਏਕੋ ਨਾਮਾ ਅਵਰ ਨਰਾਫਲ ਕਾਮਾ। ਪਦ ਅਰਥ ਜਪ ਮਹਾਨ ਕੋਸ਼ ਪੰਨਾ 50। ਅਰਥ ਭੇਦ ਦੇ ਨਿਰਣੇ, the meaning and clarification on certain questions ਜਿਹੜੇ ਕਈ ਪਾਉਂਦੇ ਆ ਸਵਾਲ, ਜਾਂ they make points, point ਊੜਾ, point 1 ਕਹਿ ਲਓ, ਜਾਂ ਊੜਾ। ਜਪ ਨੂੰ ਜਪੋ ਚਾਰਨ ਵਾਲੇ ਸੱਜਣ ਇਹ ਆਖਦੇ ਹਨ ਕਿ ਜਪ ਬਾਣੀ ਦਾ ਨਾਂ ਨਹੀਂ। those that say it's you say ਜਪੋ, they say this is not the name of the ਬਾਣੀ। ਇਸ ਦਾ ਸੰਬੰਧ ਮੂਲ ਮੰਤਰ ਨਾਲ ਹੈ। it is part of ਮੂਲ ਮੰਤਰ। ਇਸ ਲਈ ਗੁਰੂ ਸਾਹਿਬ ਹੁਕਮ ਕਰਦੇ ਹਨ ਕਿ ਇਸ ਮੂਲ ਮੰਤਰ ਨੂੰ ਜਪੋ।
They say, Guruji is saying to us, Japo. And the problem with that is that all these people who say this, they don't believe in grammar of Gurbani. They don't believe that the Ankar does anything or the Syari at the end does something. They have many meanings for the lines in Gurbani. So if their Baba says this is the meaning, they will say that is the meaning, come what may. And they're welcome to have that belief. But unfortunately, when tested under the grammar rules of Gurbani, it does not pass the test. ਐੜਾ ਜਿਸ ਬਾਣੀ ਦਾ ਨਾਂ ਜਪ ਹੁੰਦਾ ਤਾਂ ਇਸ ਬਾਣੀ ਵਿੱਚ ਇਹ ਨਾਮ ਅੰਕਿਤ ਹੁੰਦਾ, ਜਿਵੇਂ 100 ਪੁਰਖ 100 ਦਰ ਅਤੇ ਸੁਖਮਨੀ ਬਾਣੀਆਂ ਵਿੱਚ ਇਹਨਾਂ ਬਾਣੀਆਂ ਦੇ ਨਾਂ ਦਰਜ ਹਨ. The second question they raise is that if the name was Jap, then that name would have come in the Bani. The third question they raise is ਇਹ ਸ਼ੰਕਾ ਵੀ ਕੀਤੀ ਜਾਂਦੀ ਹੈ ਕਿ ਇਸ ਬਾਣੀ ਦੇ ਨਾਲ ਮਹਿਲਾ ਪਹਿਲਾ ਅੰਕਿਤ ਨਹੀਂ ਹੈ, ਇਸ ਲਈ ਇਸ ਬਾਣੀ ਦੇ ਕਰਤਾ ਸ੍ਰੀ ਗੁਰੂ ਨਾਨਕ ਦੇਵ ਜੀ ਨਹੀਂ, ਕਿਉਂਕਿ ਇਸ ਬਾਣੀ ਅੰਦਰ ਆਇਆ ਆਦਲਾ ਸ਼ਲੋਕ ਸੁਖਮਨੀ ਬਾਣੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਦਾ ਅਤੇ ਅੰਤਲਾ ਸ਼ਲੋਕ ਮਾਝ ਕੀ ਵਾਰ ਵਿੱਚ ਮਹਿਲਾ ਦੂਜਾ ਦਾ ਚਾਰਨ ਕੀਤਾ ਹੋਇਆ ਹੈ. Now these are all really petty questions just to justify their belief that Mool Mantar is up to Guru Nanak Hosi Bhi Sach Tak. They don't pass any tests at all, and Gyani ji will go through each one and show you why they don't pass the test. Now he's going to clarify Samadhan. ਜਿੱਥੋਂ ਤੱਕ ਊੜੇ ਵਾਲੀ ਸ਼ੰਕਾ ਦਾ ਸੰਬੰਧ ਹੈ, ਊੜਾ ਵਾਜ਼ ਇਸ ਜਪੋ ਨਾਟ ਜਪ. ਗੁਰਬਾਣੀ ਵਿਆਕਰਨ ਦੇ ਆਧਾਰ ਤੇ ਜਪ ਸੰਗਿਆ ਹੈ, ਜਿਸ ਦੀ ਪੁਸ਼ਟੀ ਪਿੱਛੇ ਉਚਾਰਨ ਦੇ ਸੰਦਰਭ ਵਿੱਚ ਗੁਰਬਾਣੀ ਦੇ ਪ੍ਰਮਾਣਾਂ ਨਾਲ ਹੋ ਚੁੱਕੀ ਹੈ. ਜਿੱਥੋਂ ਤੱਕ ਇਤਿਹਾਸਕ ਪ੍ਰਮਾਣਾਂ ਦੀ ਲੋੜ ਹੈ, ਉਹ ਵੀ ਜਪ ਸਿਰਲੇਖ ਦੀ ਪ੍ਰੋੜਤਾ ਕਰਦੇ ਹਨ. Now he's going to give historical evidence. He's given the Gurbani evidence at the top that Jap is the name, and he's quoting two sources. One is a Janam Sakhi by Meherwan. Now Meherwan was the son of Prithvi Chand, so it's time of Guru Arjan Dev basically, or Guru's time. And the second evidence is Suraj Prakash Granth Gurpratap Suraj by Santokh Singh Ji. This is the Granth that the Sampradayas love dearly, and yet they don't even sometimes accept what is written. And the first example is Purkha ek aisi sift kariye Parmeshwar ki जिसका एक जप होए, ऐसी सिफत का जोड़ बंधिए, जिसका एक जप होए ना रखता. पुरखा एक ऐसी सिफत करिए परमेश्वर की. Guru Sahib is saying, let's do a special praise of Waheguru, ਜਿਹਦੇ ਉਹਦਾ ਜਪ ਹੋਵੇ, ऐसी सिफत का जोड़ बंधिए. सुन श्री अंगद बंधन ठानी, बीन बीन नीके गुरबानी, आन सनावन कीन सुहानी, तब जप नाम तरियो गुण खानी. Then the name Jap was said of the Bani. Again, that's Surya Prakash. So even 150 years ago, 120 years ago, no, actually, we're talking about here 1820, nearly 200 years ago, Surya Prakash Karta says that the name of the Bani is Jap, and this is more like Guru Sahib's time, and they're saying Jap as well. They said that there's no mahalla, there's no name in the Bani of Jap, and he's saying ਇਹ ਵਿਚਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਹੋਰ ਅਜਿਹੀਆਂ ਬਾਣੀਆਂ ਵਿਦਵਾਨ ਹਨ. There are other Baniya in Guru Granth Sahib that don't have the Bani's name in the Bani itself, like Alahaniya. There's no word Alahaniya in the title Alahaniya Baniya. Anjuliya, there's no Anjuliya word inside the Bani Anjuliya. There's no Funhe in the title Bani Funhe. There's no Chaubole in the Chaubole title Bani. It's like a pakka name nahi ke sambandhit Bani vich Rachit Bani da sirlekh jarur dohraaya jave. So it's not a sort of rule that it must be. And Edi bare, when they say there's no mahalla pehla, right? This is very interesting. You need to take a note of this. Edi bare eh nirna spasht hai. It is clear, he says, ke Sikh Dharm de modi Sri Guru Nanak Dev Ji han. Everyone, whole world knows that the founder of Sikhism was Sri Guru Nanak Dev Ji. आज श्री गुरु ग्रंथ ਸਾਹਿਬ ਦੇ ਬਾਣੀ ਸੰਪਾਦਨ ਨਿਯਮਾਂ ਅਨੁਸਾਰ ਗੁਰਗੱਦੀ ਦੇ ਮਾਰਗ ਦੀ ਰਚਨਾ ਦਾ ਸਭ ਤੋਂ ਪਹਿਲਾਂ ਚੜਨਾ ਸੁਭਾਵਿਕ ਹੈ. The rules
by the way that Guru Granth Sahib is compiled, the rules that Guru Arjan Dev Ji used, them rules that Guru Arjan Dev Ji applied himself and set himself, dictate that first Guru Nanak Dev's Bani comes. In every rag where there's Bani of Guru Nanak Dev Ji, you will see that first. And it was inevitable that when you start Guru Granth Sahib, the first Bani is going to be Guru Nanak Dev Ji's. It can't be anybody else's. So that question is also baseless. रचना सब तो पहला चाहना स्वाभाविक है. फिर बेन नदी प्रवेश वाली साखी विच महला पहला भी अंकित है. In the story about Guru Sahib going in the river and diving in the river, not coming out for 3 days, that story also, the mahalla pehla is there when tab Baba bolya ton uthi. Baba spoke and then this sound came, Rag Asa Jap Mahalla Pehla. So even in the old Granths, right, you got this Rag Asa Jap Mahalla Pehla. And I believe Japji is Rag Asa because Sodar, this 27 Pauri in Japji Sahib, is also in Rag Asa and in Sodar evening prayer Bani. So it's definitely Guru Nanak Dev Ji's and it's definitely Rag Asa. Guru Sahib didn't write it, that's Guru Sahib's Mauj. But it's obvious that Asa Raga de So Dar Bani ਵਿੱਚ So Dar Tera ਕਿਹਾ ਅਤੇ ਜਪ ਦੀ 27ਵੀਂ ਪੌੜੀ ਵਿੱਚ So Dar ਕਿਹਾ ਆਸ ਵਿੱਚ ਮਿਲਦਾ ਹੈ ਜੋ ਪ੍ਰਤੱਖ ਮਹੱਲਾ ਪਹਿਲਾ ਦਾ ਰਜਤ ਹੈ. ਇਸ ਤੋਂ ਇਲਾਵਾ ਆਦਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਪਤਨ ਹੱਥ ਲਿਖਤੀ ਉਤਾਰਿਆਂ ਵਿੱਚ ਜਪ ਦੇ ਨਾਲ ਮਹੱਲਾ ਪਹਿਲਾ ਵੀ ਦਰਜ ਹੈ. There are some handwritten versions of Guru Granth Sahib Ji and some of them there is with the jap ਮਹੱਲਾ ਪਹਿਲਾ ਵੀ ਦਰਜ ਹੈ. So there is a sort of a mixture in the handwritten versions of Guru Granth Sahib that some of them do contain Mahalla Pehla. Sri Guru Granth Sahib Ji ਦੀਆਂ ਪ੍ਰਾਤਨ ਹੱਥ ਲਿਖਤੀ ਸਰੂਪਾਂ ਦੇ ਤਤਕਰਿਆਂ ਵਿੱਚ ਜਪ ਨਿਸ਼ਾਨ ਸਿਰਲੇਖ ਵਜੋਂ ਅੰਕਿਤ ਹੋਇਆ ਮਿਲਦਾ ਹੈ. Some time back, I think it was Sikh channel, they showed a old Guru Granth Sahib Saroop which actually had slok written before A Sach Juga Sach. It had the word slok. So Sri Guru Jap Nisan Sri Guru Ankit ਮਿਲਦਾ ਹੈ. ਬਾਣੀ ਬਿਊਰਾ ਚਿਤ ਰੱਖ ਚੰਨ ਸਿੰਘ ਇਹ ਵਿੱਚ ਵੀ ਇਸ ਬਾਣੀ ਦਾ ਨਾਮ ਜਪ ਨਿਸ਼ਾਨ ਦਿੱਤਾ ਗਿਆ ਹੈ. ਭਾਵੇਂ ਜਪ ਬਾਣੀ ਜਪਣ ਲਈ ਮੂਲ ਮੰਤਰ ਰੂਪ ਪ੍ਰਗਟ ਹੈ ਅਥਵਾ ਬਾਣੀ ਦਾ ਝੰਡਾ ਹੈ. Sri Guru Granth Sahib ਜੀ ਦਾ ਸੰਧਾਤ ਰੂਪ ਮੂਲ ਮੰਤਰ ਜਪਜੀ ਪ੍ਰਗਟ ਹੈ. ਜਪਜੀ ਦਾ ਨਿਸ਼ਾਨ ਪਦ ਇਸ ਲਈ ਵਰਤਿਆ ਗਿਆ ਹੈ ਕਿ ਇਸ ਬਾਣੀ ਵਿੱਚ 2 ਵਾਰੀ ਨਿਸ਼ਾਨ ਪਦ ਵਰਤਿਆ ਗਿਆ ਹੈ. ਗਾਵੇ ਕੋ ਦਾਤ ਜਾਣੇ ਨਿਸ਼ਾਨ ਨਦਰੀ ਕਰਮ ਪਵੇ ਨਿਸ਼ਾਨ. ਪਰੰਪਰਾ ਤੋਂ ਜਪ ਨਿਤਨੇਮ ਦੀ ਬਾਣੀ ਚਲੀ ਆ ਰਹੀ ਹੈ ਅਤੇ ਰਹਿਤਨਾਮ ਵਿੱਚ ਅੰਕਿਤ ਕਾਰੇ ਇਸ਼ਨਾਨ ਪਰੇ ਜਪ ਜਾਪ ਤੋਂ ਵੀ ਇਹ ਹੋਈ ਪ੍ਰਗਟ ਹੁੰਦਾ ਹੈ ਕਿ ਜਪ ਇਸ ਬਾਣੀ ਦਾ ਨਾਂ ਹੈ. Gyani Ji Harvansh Singh is saying that from Guru Sahib's time that it has been practiced that Japji Bani is part of Nitnem Baniya. And even in the Ratname of Guru Gobind Singh's time, it is written Kare Shnan Pare Jap Jap. तो प्रगट ਹੁੰਦਾ ਹੈ ਕਿ ਜਪ ਇਸ ਬਾਣੀ ਦਾ ਨਾਂ ਹੈ. ਜਪ ਤੇ ਜਾਪ ਸਾਹਿਬ, ਜਪਜੀ ਸਾਹਿਬ, ਜਾਪ ਸਾਹਿਬ. ਵਿਦਵਾਨਾਂ ਨੇ ਜਪ ਜਾਪ ਦੀ ਵਿਧੀ ਨੂੰ 3 ਭਾਗਾਂ ਵਿੱਚ ਵੰਡਿਆ ਹੈ. Scholars have sort of divided jap, that's when you do part, in 3 sort of parts. ਪਹਿਲਾ ਬੈਖਰੀ, ਉਹ ਜਾਪ ਜਿਸ ਨੂੰ ਦੂਜਾ ਮਨੁੱਖ ਸੁਣ ਸਕੇ. That's saying it, doing part aloud, that others can hear it. The second one is ਦੂਜਾ ਹੈਗਾ ਅਪਾਸ, ਉਹ ਜਾਪ ਜਿਸ ਦੇ ਕਾਰਨ ਨਾਲ ਹੋਠ ਤੇ ਜੀਭ ਹਿਲਣ, ਕੇਵਲ ਅਭਿਆਸੀ ਹੀ ਉਸ ਨੂੰ ਸੁਣ ਸਕੇ. So do it in your mouth, but not aloud. You can hear it, but no, the others can't hear it. And the third one is tija mansik. So it's bakri, doing it aloud, apas, doing it in your mouth, but not aloud, and then mansik, doing it in your mind. ਉਹ ਜਪ ਜਿਹੜਾ ਅਰਥ ਬੋਧ ਸਹਿਤ ਇੱਕ ਮਨ ਹੋ ਕੇ ਜਪਿਆ ਜਾਵੇ. The third one is the most hardest one to do. You do it with the meanings and you do it with the concentrated mind concentration fully. ਇਹ ਜਪ ਉਪਰੋਕਤ ਦੋਹਾਂ ਜਾਪਾਂ ਨਾਲੋਂ ਸ੍ਰੇਸ਼ਟ ਮੰਨਿਆ ਗਿਆ ਹੈ. Obviously, because it takes more effort, more concentration to do this one. This one is the easier one because when you memorize a part and you do it from memory, this is the easy one to do because the tape will repeat itself because the mind is used to that tape. This is the second sort of easier one to do
but there's chance of making a mistake. But this one is very difficult to do. But you need more concentration with this one. ਅੱਠੇ ਪੈਰ ਸਿਮਰਨ ਵਾਲਿਆਂ ਲਈ ਸਾਰਾ ਸਮਾਂ ਹੀ ਅੰਮ੍ਰਿਤ ਵੇਲਾ ਹੈ. He those that do ਸਿਮਰਨ all the time, for them all the time is ਅੰਮ੍ਰਿਤ ਵੇਲਾ. ਪਰ ਜਿੱਥੋਂ ਤੱਕ ਮਰਿਆਦਾ ਦਾ ਸੰਬੰਧ ਹੈ, where it concerns the ਗੁਰਸਿੱਖ routine ਉਹ ਰਹਿਤ ਜਪ ਬਾਣੀ ਪੜ੍ਹਨ ਦਾ ਸਮਾਂ ਅੰਮ੍ਰਿਤ ਵੇਲਾ ਵਿਸ਼ੇਸ਼ ਤੌਰ ਤੇ ਨਿਸ਼ਚਿਤ ਹੈ. ਸਿੱਖ ਜਗਤ ਵਿੱਚ ਆਦਿ ਗੁਰੂ ਬਾਬਾ ਜੀ ਤੋਂ ਲੈ ਕੇ ਹੁਣ ਤੱਕ ਇਸੇ ਮਰਿਆਦਾ ਦਾ ਪਾਲਨ ਹੋ ਰਿਹਾ ਹੈ. He said that even from Guru Nanak Dev's time, Japji Sahib, every Gursikh has recited Japji Sahib in the morning, Amrit Vela. ਸਿੱਖ ਜਗਤ ਵਿੱਚ ਆਦਿ ਗੁਰੂ ਬਾਬਾ ਜੀ ਤੋਂ ਲੈ ਕੇ ਹੁਣ ਤੱਕ ਇਸੇ ਮਰਿਆਦਾ ਦਾ ਪਾਲਨ ਹੋ ਰਿਹਾ ਹੈ. ਖੰਡੇ ਦਾ ਅੰਮ੍ਰਿਤ ਤਿਆਰ ਕਰਨ ਸਮੇਂ ਵੀ ਜਪਜੀ ਬਾਣੀ ਨੂੰ ਪ੍ਰਥਮ ਸਥਾਨ ਦਿੱਤਾ ਜਾਂਦਾ ਹੈ. It's the first one read when the ਪੰਜ ਪਰੇ prepare ਅੰਮ੍ਰਿਤ in the presence of Guru Granth Sahib. ਰਹਿਤਨਾਮੇ ਵਿੱਚ ਤਾਂ ਇੱਥੋਂ ਤੱਕ ਤਾੜਨਾ ਕੀਤੀ ਹੈ ਕਿ ਗੁਰਸਿੱਖ ਜਪ ਜਾਪ ਪੜ੍ਹੇ ਬਿਨਾਂ ਪ੍ਰਸ਼ਾਦਾ ਹੀ ਅੰਗੀਕਾਰ ਨਾ ਕਰੇ. It is written in Ratname that you should not eat food or drink before you do your Nitnem. Here it only says Japji Sahib, Jap Sahib. Really means all Panj Baniyan. Jap jape bina jo jobe jeve prasad so bishtak kerm hoye janam gwabe baad. This is very, very strong and strict sort of instruction. He who without reading Japji Sahib and Jap Sahib prasad prashada khanda ya oh so bishta karm hoye oh he is the jam in filth. You know, you see keede all that sort of thing, worms he's one of them. He wasted his life. Janam gawe baat, very, very sort of punishable offense. But rather than doing part because of that, you should do a part out of love and devotion. What is life without Guru Sahib, remembering Guru Sahib and his Bani? If all you do is eat, drink and be merry, then you have wasted your life. Sri Guru Arjan Dev Ji ne Sri Guru Granth Sahib ji ਦੀ ਸੰਪਾਦਨਾ ਸਮੇਂ ਇਸ ਬਾਣੀ ਨੂੰ ਪ੍ਰਥਮ ਸਥਾਨ ਦਿੱਤਾ ਹੈ, ਜਿਸ ਕਰਕੇ ਇਸ ਬਾਣੀ ਦੀ ਪ੍ਰਮੁੱਖਤਾ ਸਦੀਵ ਕਾਲ ਅਟਲ ਹੈ. Because Sri Guru Arjan Dev Ji gave it the first place in Sri Guru Granth Sahib Ji, Sri Guru Japji Sahib is the speciality of Japji Sahib will remain forever. And millions of people read Japji Sahib every day, even those that are not Gursikhs or Amartaris, they read Japji Sahib as well. Conclusion on just this title, Jap da bhav hai Jap Karan Jog Bani. It doesn't mean Japo. It means that the name actually means Deri Bani ho Jap Karan Jog ya. This Bani should be repeated. Jap kisi ek vyakti lai nahi, sare sansar lai sanja upadesh hai. It's not just one individual person, it's for the whole world. ਇਸ ਬਾਣੀ ਦੀਆਂ ਵੱਖ ਪੌੜੀਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਬਾਣੀ ਪੰਡਤਾਂ, ਕਾਜ਼ੀਆਂ, ਜੋਗੀਆਂ ਅਤੇ ਹੋਰ ਮਤਾਂ ਦੇ ਜਿਗਾਸੂਆਂ ਨੂੰ ਸੱਚ ਦੀ ਸੇਧ ਦੇਣ ਲਈ ਰਚੀ ਗਈ ਹੈ. Each ਪੌੜੀ or ਪੌੜੀਆਂ have been, Guru Sahib has given instructions in each ਪੌੜੀਆਂ to Hindu Pandits, Islamic ਕਾਜ਼ੀਆਂ, their priests and jogiyaan and other believers, their leaders, into how to follow truth, how to pray to Waheguru, how to praise Waheguru, and how to follow the path to merge with Waheguru. ਜੇ ਬਾਣੀ ਕਿਸੇ ਇੱਕ ਮਨੁੱਖ ਪ੍ਰਤੀ ਉਚਾਰ ਕੀਤੀ ਗਈ ਹੁੰਦੀ ਤਾਂ ਇਸ ਵਿੱਚ ਉਸ ਵਿਅਕਤੀ ਦਾ ਨਾਂ ਅਤੇ ਥਾਂ ਬਾਰੇ ਜ਼ਰੂਰ ਜ਼ਿਕਰ ਕੀਤਾ ਜਾਂਦਾ, ਜਿਵੇਂ ਕਿ ਸਿੱਧ ਗੋਸ਼ਟ ਵਿੱਚ ਹੈ. If it was for just one person, then again he is saying their name would have appeared in this Bani, and that's not the case. But the case in Siddh Gosht, it is that there are names that appear in Siddh Gosht of individuals. ਇਸ ਬਾਣੀ ਦਾ ਵਿਸ਼ਾ ਵਸਤੂ ਇੱਕ ਓਂਕਾਰ ਦੀ ਸਿਫਤ ਸਲਾਹ ਹੈ. Says the contents of this Bani are the praise of Waheguru, divine praise of Waheguru. ਇੱਕ ਅਜਿਹੀ ਮੌਲਿਕ ਰਚਨਾ ਹੈ ਜਿਸ ਦਾ ਪ੍ਰਤੀਬਿੰਬ ਗੁਰੂ ਜੀ ਦੀਆਂ ਹੋਰ ਰਚਨਾਵਾਂ ਉੱਤੇ ਵੀ ਸੂਖਮ ਰੂਪ ਵਿੱਚ ਪਿਆ ਹੋਇਆ ਸੁੱਤੇ ਹੀ ਦਿਖਾਈ ਦਿੰਦਾ ਹੈ. So this Bani's impression is also on other Banis that Guru Sahib has written. ਇਸ ਬਾਣੀ ਨੂੰ ਜੋ ਮਹੱਤਵਪੂਰਨ ਸਥਾਨ ਸਤਿਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬਾਣੀ ਵਿੱਚ ਦਿੱਤਾ, ਇਸ ਫਿਜ਼ਦਾ ਦੇ ਪ੍ਰਤੱਖ ਦਰ ਸਾਡੇ ਸਾਹਮਣੇ ਹੈ. And it shows that Guru Arjan Dev Ji put it at the top of, at the start of Sri Guru Granth Sahib Ji. That in itself is a special place. ਇਸ ਬਾਣੀ ਦੀ ਪ੍ਰਤਿਭਾ ਕੇਵਲ ਇਸ ਕਰਕੇ ਨਹੀਂ ਕਿ ਇਹ ਸਿੱਖੀ ਸਿਧਾਂਤਾਂ ਨੂੰ ਅਨੁਰੂਪ ਕਰਦੀ ਹੈ. It's not just special because it is given the philosophy of Sikhi or the belief of Sikhi,
ਸਗੋਂ ਇਸ ਕਰਕੇ ਹੈ ਕਿ ਇਹ ਵਿਸ਼ਵ ਦੇ ਸਾਰੇ ਧਰਮਾਂ ਨੂੰ ਸਾਂਝੀ ਗਵਾਹੀ ਬਖਸ਼ਦੀ ਆ, because it gives guidance to all the religions of the world. If they removed their tunnel vision and looked at the bigger picture of Waheguru being everywhere, and then they will see that what Guruji said is much more truthful than any other writing they can look at. ਇਹ ਬਾਣੀ ਗੁਰਮਤ ਵਿਚਾਰਧਾਰਾ ਦਾ ਧੁਰਾ ਹੈ, ਕਿਉਂਕਿ ਇਸ ਵਿੱਚ ਅਕਾਲ ਪੁਰਖ ਜੀ ਦੇ ਸਰੂਪ, ਦਰਸ਼ਨ, ਯੁਕਤੀ ਬਾਰੇ ਤੱਤ ਗਿਆਨ ਮੌਜੂਦ ਹੈ. It says this is the sort of center point of Gurmat, because in this Bani you get the description of Akal Purkh's form and how you can meet Waheguru and that divine knowledge of it. Guru ji ne ਦੱਸਿਆ ਕਿ ਸੋਚਣ by thinking, ਮੌਨ ਧਾਰਨ by staying quiet, ਵਰਤ ਰੱਖਣ by going on diets or not eating, ਅਤੇ ਪੰਡਤਾਈ are being scholarly, ਆਰ ਕਰਮ ਕਾਂਡਾਂ ਨਾਲ ਜੀਵ ਅਤੇ ਅਕਾਲ ਪੁਰਖ ਵਿਚਕਾਰ ਪਈ ਬਿਤ ਦੂਰ ਨਹੀਂ ਕੀਤੀ ਜਾ ਸਕਦੀ. By all these things and by doing loads of actions, you cannot remove the distance that we have created between us and Akal Purkh Waheguru. These things cannot get us near Waheguru. ਜਿਹੜੀ ਕੂੜ ਦੀ ਪੰਧ ਹੈ, you cannot remove that. ਵਾਹਿਗੁਰੂ ਜੀ ਦੀ ਨਜ਼ਰ ਤੋਂ ਬਿਨਾਂ, without the divine glance of Waheguru, ਉਹਦੀ ਮਿਹਰ, ਕਿਰਪਾ, his grace, ਤੀਰਥ ਯਾਤਰਾ, ਇਸ਼ਨਾਨ, ਤਪ ਸਾਧਨ, going to holy places, bathing in holy places, doing very, very strict bodily postures and repetitions, ahimsa, just believing in not killing anything. And remember, though we shouldn't go around killing people or animals, sometimes to save religion, save your faith and save the weak, you have to fight tyranny, and there you will have to kill the people who are creating tyranny. Umar badhauni, increasing your age, sansar di sobha katni, to get praise in the world, aad karm kisi arth nahi ho. Without Waheguru's divine glance and grace, all these actions are of no worth. That's what Japji Sahib was given the message. ਜਦੋਂ ਤੱਕ ਕਰਮ ਧਰਮ ਦੀ ਕਮਾਈ ਵਿੱਚ ਆਪਣਾ ਜ਼ੋਰ ਸਮਝਦਾ, as long as we think that we are doing our karmas and dharma ਕਮਾ ਰਹੇ ਹਾਂ, we are practicing our religion and we are doing our religious actions right, and we are doing them, then all we are doing is increasing our inner home. ਉਦੋਂ ਤੱਕ ਇਸ ਅੰਦਰ ਹਉਮੈ ਦੀ ਅੰਸ਼ ਕਾਇਮ ਰਹਿੰਦੀ ਹੈ. ਵਾਲਿਕ ਸਿੰਘ ਮੈਂ ਕਰਦਾ ਹਾਂ. And I've said this many times. Whatever action you do with your mind will attach a small parcel of home with it, because you have done it. The mind will say, I have done it. And that's the difficult path or difficult obstacle to overcome. That's the sort of our last battle we have to fight, and it's ourselves. And we cannot fight it because we created them. Only with Guru's grace can we overcome that. And Bhai Gurdas Ji puts it beautifully by saying, ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਏ. By doing all these good deeds and religious actions and keeping wrath and all these spiritual actions, you got to truly believe you are nothing. Then Waheguru will bless you and accept your ਕਮਾਈ. ਹਉਮੈ ਦੇ ਤਿਆਗ ਮਗਰੋਂ ਮਨੁੱਖ ਦੇ ਮਨ, ਸੁਰਤ ਅਤੇ ਬੁੱਧੀ ਵਿੱਚ ਸੱਚੇ ਪ੍ਰੇਮ ਦਾ ਰਾਗ ਪੈਦਾ ਹੁੰਦਾ ਹੈ. Once the home, the ego has gone, that's when you get true prem and love in your mind and heart. ये प्रेम रूपी राग दैवी गुणा सोमा है. This divine love is the source of the divine virtues. When you get this divine love, then these divine virtues start coming inside your character. जिस राहें जिज्ञासु सचियार सिख बनता है, that's how you become सचियार. ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ. That's how you do it. ਸੱਚ ਦੀ ਪ੍ਰਵਿਰਤੀ ਨਾਲ ਹੁਕਮ ਦੀ ਪਛਾਣ ਹੋਣੀ ਸ਼ੁਰੂ ਹੋ ਜਾਂਦੀ ਹੈ. When the truth comes in your character, then you start realizing Waheguru's hukum, his order. ਸੱਚ ਦੀ ਬਰਕਤ ਨਾਲ ਸਾਰੇ ਸੰਸਾਰ ਵਿੱਚ ਕੁਦਰਤ ਦਾ ਉਜਾਲਾ ਸੰਗੋ ਪੰਗ ਦਿਸਣ ਲੱਗ ਪੈਂਦਾ ਹੈ. With the blessings of truth coming in your character, you will start seeing Waheguru's light, divine light everywhere in Kudrat.
सच की बरकत नाल सारे संसार विच कुदरत दा उजाला संगो पंग दिखण लग पैंदा है। इस तरह जीव साईं दी रज़ा विच चल के मालक दी हज़ूरी दा रंग माणदा है। And in this way, as he walks in the will of Waheguru, he becomes, he goes into the presence of Waheguru, and he attains the love of his presence, the divine presence. ਨਿਤ ਜਪਦੇ ਅਭਿਆਸ ਨਾਲ, to do Japji Sahib part with love and devotion every day, we can experience Dharmakhand, Gyankhand, Sarmakhand, Karmakhand, and Lanke. Going through them, we can reach Sachkhand which jap padda hai. So, jo jap padda hai with one mind, deep concentration, and full of divine love, with full concentration, ਉਹ ਸਾਈਂ ਦੇ ਹਦੂਰ ਹੋ ਜਾਂਦਾ ਹੈ। He goes in the presence of Waheguru. ਜੋ ਨਹੀਂ ਪੜਦਾ, the one that doesn't read, ਉਹ ਰੱਬੀ ਨਜ਼ਰ ਤੋਂ ਦੂਰ ਹੋ ਜਾਂਦਾ ਹੈ। He goes further from Waheguru's grace. He creates a bigger distance. ਸਿਧਾਂਤ ਇਹ ਹੈ ਕਿ ਜਿਹੜਾ ਜਿਗਿਆਸੂ ਜਪ ਬਾਣੀ ਨੂੰ ਨਿਸ਼ਚੈ ਕਰਨ ਨਾਲ ਜਪ ਕੇ, the conclusion is that person that reads Japji Sahib with full faith and makes it their life's sport, ਉਸਦਾ ਮਨੁੱਖਾ ਦੇਹੀ ਵਿੱਚ ਹੀ ਉਦਾਰ ਹੋ ਜਾਂਦਾ ਹੈ। He achieves salvation whilst in this human body. He becomes elevated while he's in the human body. He becomes merged in Waheguru. So that was Gyani Harbanj Singh Ji on just the word jap. A very long sort of description, dealing with loads of questions that people ask and make statements which are not really correct, but they believe them because their Baba or their leader have told them that. May Guruji give them a blessing with wisdom that they realize that. This is why Gyani Harbanj Singh doesn't belong to any Taksal or Dera. He really belongs to what scholars call Anandapuri Taksal, where Guru Sahib gave Amrit Khedi Khalsa, the Khalsa Taksal. I'm not saying Gyani Harbanj Singh is perfect, don't get me wrong. He has his own weaknesses and he has his own sort of thinking in certain things, but at least he's tried to be as sensible and as sort of center view as possible, trying to look at all the sort of views given by different scholars and try to say, look, according to Gurbani and grammar, this is what I think is right. So going back to Gurbani Explorer and thanking again the creators of Gurbani Explorer, the scholars from Shabdarat, which was the sort of first sort of a translation in modern sort of Punjabi language, which wasn't complete. It was just word meanings or certain line meanings, and it's in 4 parts, 4 pothiyan, done by 3 top scholars. One of them I think was Principal Teja Singh. Jap, is Bani da na hai, and they say the same thing. It is the name of the Bani, jo mod japan lai rachi gayi hai. Ek praatan jap de teeke wali sakhi vich, they're saying an old translation of Japji in a story in that jo san 1701 vich nakal kiti gayi hai, which was copied in 1701. Now if that is Isvi AD, then that is 7 years before Guru Gobind Singh Ji went to Sachkhand. And if it's Bikrmi, then it's well before that, 57 years before that. But I think they're talking about AD here, 1701. And remember, Guru Gobind Singh Ji went to Sachkhand in 1708. So Guru Sahib was still Anandpur Sahib there. लिखिया है in that पोथी लिखिया है कि जप जी आद सच वाले श्लोक तो शुरू हुंदा है. Now what do you want? जप जी आद सच वाले श्लोक तो, and it's a श्लोक as well, तो शुरू हुंदा है. This is from Guru Sahib's time. Now forget all the scholars of today, forget Gyani Harbanj Singh. This is from Guru Sahib's time, and it's said there that Japji Sahib or Japji ਆਦ ਸੱਚ ਵਾਲੇ ਸ਼ਲੋਕ ਤੋਂ ਸ਼ੁਰੂ ਹੁੰਦਾ ਹੈ. ਇਹ ਸ਼ਲੋਕ ਮੁੱਢ ਬਾਬੇ ਨਾਨਕ ਜਪਦੇ ਰੱਖਿਆ. ਇਸੇ ਸਾਖੀ ਵਿੱਚ ਅੱਗੇ ਜਾ ਕੇ ਲਿਖਿਆ ਹੈ, ਸਤਨਾਮ ਕਰਤਾ ਪੁਰਖ
ਗੁਰਪ੍ਰਸਾਦ ਆਗੇ ਜਪ ਚੱਲਿਆ. So jap is not part of the Mool Mantar. It is the title of the Bani. Again, I don't want to stress too much on that, but it's pretty clear that scholars have made it clear with proof. Now, if somebody doesn't want to believe that, that is entirely their prerogative. That's entirely their choice. And obviously, Sardar Manmohan Singh has gone for the Sampradaya version. He's saying Usda Simran Kar, when actually it's the name of the Bani. Embrace his meditation, and Santin Khalsa doing the same, chant and meditate. Jap, Professor Sahib Singh ji, is Bani da naam Jap hai. Bani da naam hai. Now, here, I'm not going to read this for the simple reason, it's amazing. Professor Sahib Singh, he's done a great job. He's actually gone through the whole of Japji Sahib here and given a brief summary of each body. So I would request all of you, viewers, listeners, to open this up and actually open this view and read that for yourself. It's beautiful what he's done, amazing. And it's well worth looking at now and then just to get an overall picture of Japji Sahib. And that was just on Jap. Taking the scholars' views, hopefully it's clear in your minds now that when you read Jap, it means the name of the Bani. Bol Jugdi Khema, Waheguru Ji Ka Khalsa, Waheguru Ji Ki Fateh.